पंजाब पंजाबियत ਲਈ ਤੇ ਆਪਣੇ ਵਿਰਸੇ ਲਈ ਹਮੇਸ਼ਾ ਅੱਗੇ ਆਉਂਦੇ ਰਹੇ ਨੇ ਜੀ ਨਿਰਮਲ ਸਿੱਧੂ ਤੇ ਅੱਜ ਵੀ ਆਏ ਨੇ। ਅੱਜ ਦਾ ਗੀਤ ਰਿਲੀਜ਼ ਹੋਇਆ ਐ ਮੁਲਕ ਮੇਰੇ। सिर्फ एक देश प्यार का गीत नहीं है जिवें टाइटल आप कह दईए भी ऐ मुल्क मेरे तू जान मेरी, ये पिछे बहुत सारिया रमज़ां ने। अगर कनेडा अमेरिका दे विच तुसीं जाओ, उत्थे जाके जदों तुसीं लोकां नाल गल करदे हैं तो वो सारे लोग इंडिया जाना पसंद करते हैं। गोरे भी कहते कि इंडिया का कल्चर देखना, पर असीं जदों उधर नूं भजदे तो सानूं पुछदे भी है कि यार तुसीं एड्डा सोहना मुल्क छड्ड के क्यों भजदे हैं, की दस्सिए उन्हां नूं कि साडे मुल्क च की मजबूरियां है। 99% बच्चों का जोड़ा ख्वाब है वो एको ही है कि आईलैट्स करके असी बाहर जाना है। वजह है वो पिछे इतने हर बंदा अपने आप को अनसेफ समझता है। मापे भी कहते हैं कि असी अपने बच्चे को 2 किले चाहे वेच के बाहर भेज दईए। सरकारां जो चंगे काम करन, उनकी जिथे कैप्टन साहब ने कहा कि नौकरियां देनियां बट हजे तक नहीं मिलियां है ना। जो उन्होंने BEd की हुई M.Com की हुई उन्होंने नौकरियां नहीं मिलदियां। जो बाहर जाके नौकरी मिलती है तो उस दे विच बुराई की है जान दे विच। देखो जाना सानू क्यों पै रहा है, जे मेरे घर दे विच ही मैनू 2 टाइम का खाना मिले तो मैं गुआढ़ियां दे घरों जाके नहीं, शौक नाल कोई बंदा गुआढ़ियां घरों नहीं मंगदा। किसी का दिल नहीं करता अपना मुल्क छड्ड के बाहर जाण नूं। कोई शौकिया तौर पर 5% लोग जाते होणगे कि जिहड़े बंदे कहते नहीं असीं इत्थे रहना नहीं अमरीका ही रहना है, पर 95% लोग जिहड़े जाते हैं वो मजबूरी बस जाते हैं। ये अपने मुल्क का सुधार किस तरीके ना हो सकता, किते ना किते लोगों की गलती, आम जनता की गलती या फिर सारी ही गलती सरकार की मनीए? लोगों की गलती है कि लोग सरकार गलत चुनते हैं, नुमाइंदे गलत चुनते हैं। साडे अनपढ़ ज़्यादातर जिहड़े 90% अनपढ़ नुमाइंदे होंदे है। साडी सिस्टम 'च प्रॉब्लम है, मुल्क माड़ा नहीं साडा। इंडिया वर्गा मुल्क पूरी दुनिया ते नहीं, 12 रुत्तां सिर्फ इंडिया 'च ही है। नवे नवे गीत ਜਿਹੜੇ आ रहे हैं ਤੁਹਾਨੂੰ भी पता कि ਉਹਨਾਂ ਵਿੱਚ ਕਾਫੀ ਲੱਚਰਤਾ ਦੇਖਣ ਨੂੰ ਮਿਲਦੀ ਹੈ। ਬੰਦੂਕਾਂ ਵਾਲੇ ਜਿਸ ਤਰੀਕੇ ਦੇ ਨਾਲ ਉਹ ਛੋਟੇ ਛੋਟੇ ਬੱਚੇ ਜਦੋਂ ਦੇਖਦੇ ਨੇ ਫਿਰ ਉਸ ਤਰ੍ਹਾਂ ਦੀ ਪਹਿਰਾਵਾ ਅਪਣਾਉਂਦੇ ਨੇ, ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਖਾਣਾ ਗਾਣਾ ਤੇ ਬਾਣਾ, ਕਿਸੇ ਵੀ ਮੁਲਕ ਦੇ ਵਿੱਚ 3 ਚੀਜ਼ਾਂ ਹੁੰਦੀਆਂ। ਤੁਸੀਂ ਉੱਥੇ ਕੀ ਖਾਂਦੇ ਹੋ, ਤੁਸੀਂ ਮਿਊਜ਼ਿਕ ਕੀ ਸੁਣਦੇ ਹੋ ਔਰ ਤੁਸੀਂ ਲਿਬਾਸ ਕੀ ਪਾਉਂਦੇ ਹੋ। ਇਹ 3 ਚੀਜ਼ਾਂ ਨਾਲ ਕੋਈ ਵੀ ਸਟੇਟ ਕੰਟਰੀ ਮੁਲਕ ਚੱਲਦਾ ਹੈ। ਅਕਸਰ ਸੋਸ਼ਲ ਮੀਡੀਆ ਤੇ ਦੇਖਦੇ ਆ ਉਹਨੇ ਉਹਨੂੰ ਮਾਰਤਾ, ਉਹਨੇ ਆਪਣੀ ਸੱਸ ਨੂੰ ਮਾਰਤਾ, ਸੱਸ ਨੇ ਉਹਨੂੰ ਮਾਰਤਾ। ਇਹ ਜੋ ਅਸਰ ਹੋ ਰਿਹਾ ਇਹ ਸਭ ਮੈਂ ਸਮਝਦਾ ਕਿ ਸੰਗੀਤ ਦਾ ਇਹਦੇ 'ਚ ਬਹੁਤ ਵੱਡਾ ਯੋਗਦਾਨ ਹੈ। ਕਿਉਂਕਿ ਜਦੋਂ ਅਸੀਂ ਪਰੋਸਾਂਗੇ ਬੱਚਿਆਂ ਨੂੰ ਜੋ ਦਿਖਾਵਾਂਗੇ, ਅੱਜ ਰਿਵਾਲਵਰ ਬੱਚੇ ਸ਼ੌਕ ਨਾਲ ਆਪਣੇ ਡੱਬ 'ਚ ਰੱਖਦੇ ਆ। ਜਿਹੜੇ ਬੰਦੇ ਕਹਿੰਦੇ ਕਿ ਗਾਣੇ ਦਾ ਕੋਈ ਅਸਰ ਨਹੀਂ, ਜਾਂ ਤਾਂ ਉਹਨਾਂ ਨੂੰ ਗਾਣੇ ਬਾਰੇ ਪਤਾ ਨਹੀਂ ਜਾਂ ਉਹਨਾਂ ਨੂੰ ਸੰਗੀਤ ਬਾਰੇ ਪਤਾ ਨਹੀਂ। ਸਤਿ ਸ਼੍ਰੀ ਅਕਾਲ ਜੀ, ਹਮਦਰਦ TV ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਮਨੀਸ਼ਾ। ਪੰਜਾਬ ਪੰਜਾਬੀਅਤ ਲਈ ਤੇ ਆਪਣੇ ਵਿਰਸੇ ਲਈ ਹਮੇਸ਼ਾ ਅੱਗੇ ਆਉਂਦੇ ਰਹੇ ਨੇ ਜੀ ਨਿਰਮਲ ਸਿੱਧੂ ਤੇ ਅੱਜ ਵੀ ਆਏ ਨੇ। ਅੱਜ ਦਾ ਗੀਤ ਰਿਲੀਜ਼ ਹੋਇਆ ਐ ਮੁਲਕ ਮੇਰੇ। ਸੂਫੀ ਸਾਹਿਬ ਦਾ ਗੀਤ ਰਿਲੀਜ਼ ਹੋਇਆ ਤੇ ਉਸ ਮੌਕੇ ਤੇ ਅੱਜ ਬਹੁਤ ਸਾਰੇ ਕਲਾਕਾਰ ਇਕੱਠੇ ਹੋਏ ਨੇ, ਜਿਨ੍ਹਾਂ ਵਿੱਚ ਇੱਕ ਨੇ ਨਿਰਮਲ ਸਿੱਧੂ। ਸੋਨਾ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮਨੀਸ਼ਾ ਜੀ, ਕੀ ਹਾਲ ਹੈ? ਵਧੀਆ ਸਰ, ਤੁਸੀਂ ਦੱਸੋ ਕੀ ਹਾਲ ਹੈ? ਬਹੁਤ ਵਧੀਆ ਜੀ, ਬਹੁਤ ਅੱਛਾ। ਕਿਵੇਂ ਦਾ ਸਮਾਂ ਲੰਘ ਰਿਹਾ? ਬਿਲਕੁਲ ਜੀ, ਬਹੁਤ ਅੱਛਾ ਮੈਨੂੰ ਲੱਗ ਰਿਹਾ ਕਿਉਂਕਿ ਬਲਵੀਰ ਸੂਫੀ ਮੇਰਾ ਪਿਆਰਾ ਸ਼ਾਗਿਰਦ ਵੀ ਹੈ, ਛੋਟਾ ਭਰਾ ਵੀ ਹੈ ਔਰ ਉਸ ਤੋਂ ਵੱਡੀ ਗੱਲ ਹੈ ਕਿ ਬਹੁਤ ਹੀ ਸੁਹਿਰਦ ਗੀਤਕਾਰ ਔਰ ਬਹੁਤ ਅੱਛਾ ਗਾਇਕ ਔਰ ਬਹੁਤ ਅੱਛਾ ਇਨਸਾਨ ਹੈ। ਸੋ ਅੱਜ ਬਹੁਤ ਹੀ ਪਿਆਰਾ ਵਿਸ਼ਾ ਲਿਆ ਕਿਉਂਕਿ ਕਿਸੇ ਵੀ ਇਨਸਾਨ ਦਾ ਜਿਹੜਾ ਸਭ ਤੋਂ ਵੱਡਾ ਧਰਮ ਹੁੰਦਾ ਉਹ ਹੁੰਦਾ ਆਪਣਾ ਮੁਲਕ। ਜਿਸ ਮੁਲਕ ਦੇ ਵਿੱਚ ਅਸੀਂ ਜਨਮੇ ਹੁੰਦੇ ਹਾਂ, ਜਦੋਂ ਸਾਡੀ ਆਇਡੈਂਟੀਟੀ ਬਣਦੀ ਹੈ ਉਸ ਮੁਲਕ ਦੀ ਬਣਦੀ ਹੈ। ਸੋ ਅੱਜ ਲੋੜ ਵੀ ਹੈ, ਸਮਾਂ ਵੀ ਹੈ ਕਿ ਅਸੀਂ ਆਪਣੇ ਮੁਲਕ ਨੂੰ ਪਿਆਰ ਕਰੀਏ, ਆਪਣੇ ਮੁਲਕ ਬਾਰੇ ਸੋਚੀਏ। ਕਿਉਂਕਿ ਇਸ ਵਕਤ ਜਿਹੜੇ ਹਾਲਾਤ ਚੱਲ ਰਹੇ ਆ, ਕੁਝ ਕਰੋਨਾ ਕਰਕੇ, ਕੁਝ ਵੈਸੇ ਇੰਨੀ ਜ਼ਿਆਦਾ ਮਹਿੰਗਾਈ ਹੋ ਗਈ ਆ, ਲੋਕ ਤਰ੍ਹਾਂ ਕਰ ਰਹੇ ਨੇ। ਸੋ ਇੱਕ ਟਾਈਮ ਹੈਗਾ ਕਿ ਅਸੀਂ ਇਹ ਮੁਲਕ ਦੀ ਗੱਲ ਕੀਤੀ ਜਾਵੇ, ਮੁਲਕ ਵਾਲਿਆਂ ਨੂੰ ਥੋੜ੍ਹਾ ਜਿਹਾ ਸਮਝਾਇਆ ਜਾਵੇ ਕਿ ਭਾਈ ਲੋਕਾਂ ਦੇ ਬਾਰੇ ਵੀ ਸੋਚੋ। ਅਸਲ 'ਚ ਇਹ ਗਾਣਾ ਐ ਮੁਲਕ ਮੇਰੇ, ਹਾਂ ਤੂੰ ਜਾਨ ਮੇਰੀ, ਸਿਰਫ ਇੱਕ ਦੇਸ਼ ਪਿਆਰ ਦਾ ਗੀਤ ਨਹੀਂ ਹੈ ਜਿਵੇਂ ਟਾਈਟਲ ਆਪਾਂ ਕਹਿ ਦਈਏ ਵੀ ਐ ਮੁਲਕ ਮੇਰੇ ਤੂੰ ਜਾਨ ਮੇਰੀ। ਇਹਦੇ ਪਿੱਛੇ ਬਹੁਤ ਸਾਰੀਆਂ ਰਮਜ਼ਾਂ ਨੇ ਜੀ। ਉਹੀ ਗੱਲ ਜਿਵੇਂ ਵੀਡੀਓ ਦੇ ਵਿੱਚ ਇੱਕ ਇੱਕ ਚੀਜ਼ ਦਿਖਾਈ ਗਈ ਹੈ ਕਿ ਕਿਸ ਤਰੀਕੇ ਨਾਲ ਕਰਪਸ਼ਨ ਆ, ਕਿਸ ਤਰੀਕੇ ਨਾਲ ਕਿਸਾਨੀ ਮੁੱਦੇ ਲਈ ਕਿਸਾਨ ਲੜ ਰਹੇ ਨੇ, ਹੈ ਨਾ। ਕਿੱਦਾਂ ਜਿਹੜਾ ਯੂਥ ਆ ਉਹ ਨਸ਼ਿਆਂ ਦੇ ਵਿੱਚ ਘੁਸਦਾ ਜਾ ਰਿਹਾ, ਇੱਕ ਇੱਕ ਚੀਜ਼ ਬਖੂਬੀ ਇਸ ਦੇ ਵਿੱਚ ਦਿਖਾਈ ਗਈ ਹੈ ਨਾ। ਬਿਲਕੁਲ, ਹਾਂ ਬਿਲਕੁਲ। ਜਿਸ ਤਰ੍ਹਾਂ ਹੁਣ ਅੱਜ ਦੀ ਡੇਟ ਦੇ ਵਿੱਚ ਕਿਉਂਕਿ ਅਗਰ ਕੈਨੇਡਾ ਅਮਰੀਕਾ ਦੇ ਵਿੱਚ ਤੁਸੀਂ ਜਾਓ, ਉੱਥੇ ਜਾ ਕੇ ਜਦੋਂ ਤੁਸੀਂ ਲੋਕਾਂ ਨਾਲ ਗੱਲ ਕਰਦੇ ਆ ਤਾਂ ਉਹ ਸਾਰੇ ਲੋਕ ਇੰਡੀਆ ਜਾਣਾ ਪਸੰਦ ਕਰਦੇ ਆ। ਗੋਰੇ ਵੀ ਕਹਿੰਦੇ ਕਿ ਇੰਡੀਆ ਦਾ ਕਲਚਰ ਦੇਖਣਾ, ਔਰ ਲੋਕ ਆਉਂਦੇ ਵੀ ਨਹੀਂ ਕਿ ਇੰਡੀਆ 'ਚ ਬਹੁਤ ਜ਼ਿਆਦਾ ਜੈਪੁਰ ਵਾਲੀ ਸਾਈਡ ਦੇ ਉੱਤੇ ਔਰ ਹਿਲ ਸਟੇਸ਼ਨ ਦੇ ਉੱਤੇ, ਗੋਆ ਦੇ ਵਿੱਚ, ਚੇਨਈ ਦੇ ਵਿੱਚ ਬੜੇ ਲੋਕ ਆਉਂਦੇ ਆ। ਪਰ ਅਸੀਂ ਜਦੋਂ ਉੱਧਰ ਨੂੰ ਭੱਜਦੇ ਹਾਂ ਤਾਂ ਸਾਨੂੰ ਪੁੱਛਦੇ ਵੀ ਹੈ ਕਿ ਯਾਰ ਤੁਸੀਂ ਐਡਾ ਸੋਹਣਾ ਮੁਲਕ ਛੱਡ ਕੇ ਕਿਉਂ ਭੱਜਦੇ ਆ, ਕੀ ਦੱਸੀਏ ਉਹਨਾਂ ਨੂੰ ਕਿ ਸਾਡੇ ਮੁਲਕ 'ਚ ਕੀ ਮਜਬੂਰੀਆਂ ਹੈ, ਕੀ ਤਰਾਸਦੀਆਂ। ਅੱਜ ਹਰ ਬੱਚਾ, ਮਤਲਬ ਮੈਂ ਤਾਂ ਇਹ ਕਹਿ ਸਕਦਾ ਕਿ 99% ਬੱਚਿਆਂ ਦਾ ਜਿਹੜਾ ख्वाब है वो एको ही है कि आईलैट्स करके असी बाहर जाना है। वजह है ਉਹਦੇ ਪਿੱਛੇ वजह है कि साडे इत्थे कुछ
ਕੁਝ ਕਹਿ ਲਓ ਕਿ ਸਿਆਸਤ ਕੁਝ ਇਦਾਂ ਦੀ ਹੋ ਰਹੀ ਹੈ, ਕੁਝ ਲੋਕਾਂ ਦੇ ਸੁਭਾਅ ਇਦਾਂ ਦੇ ਹੋ ਰਹੇ ਹੈ। ਇੱਥੇ ਹਰ ਬੰਦਾ ਆਪਣੇ ਆਪ ਨੂੰ ਅਨਸੇਫ ਸਮਝਦਾ ਹੈ। ਮਾਪੇ ਵੀ ਕਹਿੰਦੇ ਕਿ ਅਸੀਂ ਆਪਣੇ ਬੱਚੇ ਨੂੰ 2 ਕਿੱਲੇ ਚਾਹੇ ਵੇਚ ਕੇ ਬਾਹਰ ਭੇਜ ਦਈਏ, ਪਰ ਸਾਡੇ ਬੱਚੇ ਦਾ ਭਵਿੱਖ ਬਣ ਜਾਊਗਾ ਜੇ ਬਾਹਰ ਚਲਾ ਗਿਆ। ਸਰ ਗੱਲ ਇੱਥੇ ਆਉਂਦੀ ਸਰਕਾਰਾਂ ਦੀ ਗੱਲ ਆਉਂਦੀ ਹੈ। ਸਰਕਾਰਾਂ ਜੇ ਚੰਗੇ ਕੰਮ ਕਰਨ, ਮਤਲਬ ਕਿ ਜਿੱਥੇ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਨੌਕਰੀਆਂ ਦੇਣੀਆਂ ਬਟ ਹਜੇ ਤੱਕ ਨਹੀਂ ਮਿਲੀਆਂ, ਹੈ ਨਾ। ਜੇ ਉਹਨਾਂ ਨੂੰ B.Ed ਕੀਤੀ ਹੋਈ, M.Com ਕੀਤੀ ਹੋਈ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ। ਜੇ ਬਾਹਰ ਜਾ ਕੇ ਨੌਕਰੀ ਮਿਲਦੀ ਹੈ ਤਾਂ ਉਸ ਦੇ ਵਿੱਚ ਬੁਰਾਈ ਕੀ ਹੈ ਜਾਣ ਦੇ ਵਿੱਚ? ਬਿਲਕੁਲ ਨਹੀਂ, ਜਾਣ 'ਚ ਕੋਈ ਬੁਰਾਈ ਨਹੀਂ ਹੈ। ਅਸਲ ਦੇ ਵਿੱਚ ਗੱਲ ਤਾਂ ਸਿਰਫ ਇਹ ਹੈ ਕਿ ਦੇਖੋ ਜਾਣਾ ਸਾਨੂੰ ਕਿਉਂ ਪੈ ਰਿਹਾ। ਜੇ ਮੇਰੇ ਘਰ ਦੇ ਵਿੱਚ ਹੀ ਮੈਨੂੰ 2 ਟਾਈਮ ਦਾ ਖਾਣਾ ਮਿਲੇ ਤਾਂ ਮੈਂ ਗੁਆਂਢੀਆਂ ਦੇ ਘਰੋਂ ਜਾ ਕੇ ਨਹੀਂ, ਸ਼ੌਕ ਨਾਲ ਕੋਈ ਬੰਦਾ ਗੁਆਂਢੀਆਂ ਘਰੋਂ ਨਹੀਂ ਮੰਗਦਾ, ਮਜਬੂਰੀ ਨਾਲ ਹੀ ਮੰਗਦਾ ਨਾ। ਅਗਰ ਮੈਨੂੰ ਇੱਥੇ ਰੋਟੀ ਵੀ ਮਿਲੇ ਔਰ ਮੈਂ ਆਪਣੇ ਮਾਂ-ਬਾਪ ਦੇ ਕੋਲੇ ਰਵਾਂ, ਹੈ ਨਾ, ਆਪਣੇ ਬੱਚਿਆਂ ਕੋਲੇ ਰਵਾਂ, ਕਿਹੜੇ ਬੰਦੇ ਦਾ ਦਿਲ ਕਰਦਾ ਹੈ ਨਾ। ਸੁੱਖ ਨਹੀਂ ਹੋ ਸਕਦਾ, ਲੇਕਿਨ ਮਜਬੂਰੀ ਹੈ ਕਿ ਸਾਨੂੰ ਸਭ ਤੋਂ ਪਹਿਲੀ ਗੱਲ ਤਾਂ ਇੱਥੇ ਰੁਜ਼ਗਾਰ ਨਹੀਂ ਹੈਗਾ। ਗੌਰਮੈਂਟਾਂ ਨੇ ਕੋਈ ਇੱਦਾਂ ਦਾ ਸਿਸਟਮ ਹੀ ਨਹੀਂ ਬਣਾਇਆ ਕਿ ਉਹ ਰੁਜ਼ਗਾਰ ਸਾਨੂੰ ਦੇਣ। ਕਿਸੇ ਨੂੰ ਨੌਕਰੀ ਮਿਲਦੀ ਹੈ, ਕਿਸੇ ਨੂੰ ਨੌਕਰੀ ਨਹੀਂ ਮਿਲਦੀ। ਇੱਕ ਘਰ 'ਚ ਇੱਕ ਨੌਕਰੀ ਵੀ ਹੋਵੇ ਤੇ ਸਾਰਾ ਟੱਬਰ ਰੋਟੀ ਖਾ ਸਕਦਾ ਹੈ, ਠੀਕ ਹੈ ਨਾ। ਲੇਕਿਨ ਹਰ ਇੱਕ ਘਰ 'ਚ ਨੌਕਰੀ ਤਾਂ ਨਹੀਂ ਹੈ, ਨਾ ਹੀ ਗੌਰਮੈਂਟ ਦੇ ਸਕਦੀ ਹੈ, ਕਿਉਂਕਿ ਇਹਨਾਂ ਨੇ ਇੱਦਾਂ ਦਾ ਸਿਸਟਮ ਬਣਾਇਆ ਹੀ ਨਹੀਂ ਹੈ ਕਿ ਹਰ ਘਰ 'ਚ ਨੌਕਰੀ ਮਿਲ ਜੇ। ਸੋ ਉਦੋਂ ਬੰਦਾ ਫਿਰ ਇਹ ਸੋਚਦਾ ਕਿ ਯਾਰ ਇੱਕ ਸਾਡੇ ਜੋ ਇੱਥੇ ਹੁਣ ਗੈਂਗਸਟਰ ਵਾਰ ਚੱਲ ਰਿਹਾ ਹੈ, ਗੁੰਡਾਗਰਦੀ ਚੱਲ ਰਹੀ ਹੈ ਨਾ। ਗਰੀਬ ਬੰਦੇ ਦਾ ਜਿਉਣਾ ਬਹੁਤ ਮੁਸ਼ਕਿਲ ਹੈ, ਅਮੀਰ ਦਾ ਵੀ ਜਿਉਣਾ ਬਹੁਤ ਮੁਸ਼ਕਿਲ ਹੋ ਗਿਆ, ਹੈ ਨਾ। ਸੋ ਇੱਕ ਖਿੱਚਬਾਜੀ ਹੋ ਗਈ ਲੋਕਾਂ 'ਚ, ਗਰੀਬ ਅਮੀਰ ਦੇ ਵਿੱਚ ਵੀ ਖਿੱਚਬਾਜੀ ਲੋਕਾਂ 'ਚ ਹੋ ਗਈ ਕਿ ਇਹ ਬੰਦਾ ਬਹੁਤ ਜ਼ਿਆਦਾ ਤਰੱਕੀ ਕਰ ਗਿਆ, ਕਿਉਂ ਕਰ ਗਿਆ। ਔਰ ਜੇ ਕੋਈ ਬੰਦਾ ਨਹੀਂ ਖਾ ਰਿਹਾ ਤਾਂ ਉਹਨੂੰ ਵੀ ਦੇਖ ਕੇ ਕਹਿੰਦੇ ਯਾਰ ਇਹ ਬੰਦੇ ਨੇ ਗਰੀਬ ਬੰਦਾ ਮੋਟਰਸਾਈਕਲ ਲੈ ਲੇ, ਤੇ ਕਈ ਬੰਦੇ ਨੂੰ ਤਕਲੀਫ ਹੋ ਜਾਂਦੀ ਹੈ। ਦੂਜੇ ਨੂੰ ਦੇਖ ਕੇ ਜਰਦੇ ਹੀ ਨਹੀਂ। ਹਾਂ, ਇਸ ਕਰਕੇ ਹਰ ਮਾਂ-ਬਾਪ ਇਹ ਸੋਚਦਾ ਹੈ ਕਿ ਮੈਂ ਆਪਣੇ ਬੱਚੇ ਨੂੰ ਬਾਹਰ ਭੇਜ ਦੇਵਾਂ, ਮੇਰਾ ਬੱਚਾ ਸੇਫ ਹੋ ਜਾਊਗਾ, ਉੱਥੇ ਕਮਾਈ ਕਰੂਗਾ, ਸਾਨੂੰ ਵੀ ਵਾਪਸ ਭੇਜੂਗਾ। ਸੋ ਇੱਕ ਤਰਾਸਦੀ ਹੈ, ਕਿਸੇ ਦਾ ਦਿਲ ਨਹੀਂ ਕਰਦਾ ਆਪਣਾ ਮੁਲਕ ਛੱਡ ਕੇ ਬਾਹਰ ਜਾਣ ਨੂੰ। ਕੋਈ ਸ਼ੌਕੀਆ ਤੌਰ ਤੇ 5% ਲੋਕ ਜਾਂਦੇ ਹੋਣਗੇ ਕਿ ਜਿਹੜੇ ਬੰਦੇ ਕਹਿੰਦੇ ਨਹੀਂ ਅਸੀਂ ਇੱਥੇ ਰਹਿਣਾ ਨਹੀਂ, ਅਮਰੀਕਾ ਹੀ ਰਹਿਣਾ ਹੈ। ਪਰ 95% ਲੋਕ ਜਿਹੜੇ ਜਾਂਦੇ ਆ ਉਹ ਮਜਬੂਰੀ ਵਸ ਜਾਂਦੇ ਆ, ਕੰਮ ਕਰਨ ਲਈ ਜਾਂਦੇ ਆ, ਰੁਜ਼ਗਾਰ ਲਈ ਜਾਂਦੇ ਆ, ਔਰ ਉੱਥੇ ਰੁਜ਼ਗਾਰ ਵੀ ਮਿਲਦਾ ਹੈ ਤੇ ਤੁਹਾਡੇ ਕੰਮ ਦੀ ਇੱਜ਼ਤ ਵੀ ਮਿਲਦੀ ਹੈ। ਮਿਹਨਤ ਦਾ ਫਲ ਮਿਲਦਾ ਉੱਥੇ, ਕਹਿ ਸਕਦੇ। ਅਗਰ ਬੰਦਾ 2 ਘੰਟੇ ਵੀ ਕੰਮ ਕਰਦਾ, 4 ਘੰਟੇ ਵੀ ਕੰਮ ਕਰਦਾ ਨਾ, ਉਹਦਾ ਮਿਹਨਤ ਦਾ ਮੁੱਲ ਮੁੜ ਜਾਂਦਾ ਹੈ, ਜਿੰਨੀ ਉਹਨੇ ਸਟੱਡੀ ਕੀਤੀ ਹੈ, ਜਿਹੜਾ ਵੀ ਕੰਮ ਸਿੱਖਿਆ ਹੈ। ਹੁਣ ਇਸ ਜਗ੍ਹਾ ਤੇ ਸਾਡੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਆਪਣੇ 300, 350, 400 ਰੁਪਇਆ ਦਿਹਾੜੀ ਮਿਲਦੀ ਹੈ ਬੰਦੇ ਨੂੰ। ਔਰ ਅਗਰ ਤੁਸੀਂ ਕੈਨੇਡਾ, ਅਮਰੀਕਾ ਦੀ ਗੱਲ ਕਰੋ ਤਾਂ ਮਿਨੀਮਮ ਉੱਥੇ 8-9 ਪਾਉਂਡ ਜਿਹੜੇ ਘੰਟੇ ਦੇ ਆ। ਸੋ ਹਰ ਬੰਦਾ ਸ਼ਾਮ ਨੂੰ ਮਤਲਬ 70-80 ਪਾਉਂਡ ਜਾਂ 50 ਪਾਉਂਡ ਤੋਂ ਉੱਪਰ ਲੈ ਕੇ ਆਉਂਦਾ, 5000 ਬਣ ਗਿਆ। ਔਰ ਬੰਦਾ ਵਧੀਆ ਤਰੀਕੇ ਨਾਲ ਜਾਂਦਾ ਹੈ, ਵਧੀਆ ਖਾਂਦਾ ਹੈ, ਵਧੀਆ ਪੀਂਦਾ, ਲੋਕ ਰਿਸਪੈਕਟ ਕਰਦੇ ਆ, ਇੱਜ਼ਤ ਕਰਦੇ, ਸਰ ਕਰਦੇ ਆ। ਇੱਥੇ 400 ਰੁਪਈਆ ਲੈ ਕੇ ਬੰਦਾ ਕੀ ਖਾਊਗਾ, ਕੀ ਬੱਚਿਆਂ ਨੂੰ ਖਾਊਗਾ, ਕੀ ਜੋੜੂਗਾ, ਹੈ ਨਾ। ਸੋ ਇਹ ਪ੍ਰੋਬਲਮ ਹੈ ਬਹੁਤ ਤਕੜੀ। ਇਹ ਆਪਣੇ ਮੁਲਕ ਦਾ ਸੁਧਾਰ ਕਿਸ ਤਰੀਕੇ ਨਾਲ ਹੋ ਸਕਦਾ? ਕਿਤੇ ਨਾ ਕਿਤੇ ਲੋਕਾਂ ਦੀ ਗਲਤੀ, ਆਮ ਜਨਤਾ ਦੀ ਗਲਤੀ, ਜਾਂ ਫਿਰ ਸਾਰੀ ਹੀ ਗਲਤੀ ਸਰਕਾਰ ਦੀ ਮੰਨੀਏ? ਨਹੀਂ, ਬਿਲਕੁਲ ਨਹੀਂ। ਸਰਕਾਰ ਦੀ ਦੇਖੋ, ਸਰਕਾਰ ਕਿੱਥੋਂ ਆਈ ਹੈ? ਆਪਾਂ ਹੀ ਬਣਾਈ ਹੈ। ਸਰਕਾਰ ਕਿਹਨੇ ਬਣਾਈ ਹੈ? ਸਰਕਾਰ ਚੁਣੀ ਕਿਹਨੇ ਹੈ? ਅਸੀਂ ਸਰਕਾਰ ਗਲਤ ਚੁਣਦੇ ਹਾਂ। ਲੋਕਾਂ ਦੀ ਗਲਤੀ ਹੈ ਕਿ ਲੋਕ ਸਰਕਾਰ ਗਲਤ ਚੁਣਦੇ, ਨੁਮਾਇੰਦੇ ਗਲਤ ਚੁਣਦੇ ਆ। ਸਾਡੇ ਅਨਪੜ੍ਹ ਜ਼ਿਆਦਾਤਰ ਜਿਹੜੇ ਆ 90% ਅਨਪੜ੍ਹ ਨੁਮਾਇੰਦੇ ਹੁੰਦੇ ਆ, ਔਰ ਜਿਨ੍ਹਾਂ ਦਾ ਤਾਲੁਕ ਮਤਲਬ ਗਲਤ ਜਿਹੜੇ ਲੋਕ ਉਹਨਾਂ ਨੂੰ ਕਹਿ ਦਈਏ ਆਪਾਂ, ਜਿਨ੍ਹਾਂ ਨੇ ਕਤਲ ਕੀਤੇ ਆ, ਜਿਨ੍ਹਾਂ ਦੀ ਲੜਾਈ ਝਗੜੇ ਚੱਲਦੇ ਆ, ਉਹਨਾਂ ਲੋਕਾਂ ਨੂੰ ਚੁਣਦੇ ਆ ਅਸੀਂ। ਜਿਵੇਂ ਪਿੰਡਾਂ ਦੇ ਵਿੱਚ ਵੀ ਕਹਿੰਦੇ ਕਿ ਪਿੰਡਾਂ ਦੇ ਵਿੱਚ ਜਦੋਂ ਲੋਕ ਕਿਹਾ ਪੋਲੀਟੀਸ਼ੀਅਨ ਨੇ ਵੋਟਾਂ ਲੈਣੀਆਂ ਹੁੰਦੀਆਂ ਤਾਂ ਉੱਥੇ ਚੱਲ ਜਾਂਦੇ ਆ ਹਫਤਾ ਤੋਂ ਹਫਤੇ, ਜਿੱਦਾਂ ਵੀ ਪਹਿਲਾਂ ਜਾ ਕੇ ਸ਼ਰਾਬਾਂ ਦੀਆਂ ਪੇਟੀਆਂ ਵੰਡ ਦਿੰਦੇ ਆ ਜਾਂ ਪੈਸੇ ਦੇ ਦਿੰਦੇ ਨੇ, ਉਹ ਲਾਲਚ ਦੇ ਮਾਰੇ ਉਹਨਾਂ ਨੂੰ ਵੋਟਾਂ ਪਾ ਵੀ ਦਿੰਦੇ ਨੇ। ਬਿਲਕੁਲ, ਮੈਂ ਉਹੀ ਗੱਲ ਕਰ ਕਿ ਅਸੀਂ ਹੀ ਗਲਤ ਕਰਦੇ ਹਾਂ। ਅਸੀਂ ਜਦੋਂ ਕਿਸੇ ਨੁਮਾਇੰਦੇ ਨੂੰ ਖੜਾ ਕਰਦੇ ਹਾਂ, ਅਸੀਂ ਉਹਨੂੰ ਮਤਲਬ ਉਹ ਤੋਂ ਲੈਂਦੇ ਹਾਂ ਨਾ, ਅਸੀਂ ਦਾਰੂ ਵੀ ਲੈਂਦੇ ਹਾਂ। ਲੋਕੀ ਪਿਛਲੇ ਟਾਈਮ 'ਚ ਮੈਨੂੰ ਪਤਾ ਲੱਗਿਆ ਕਿ ਇੱਕ ਪਰਿਵਾਰ ਨੇ ਵੋਟਾਂ ਪਾਈਆਂ ਕਿ ਸਾਨੂੰ ਬੁਲਟ ਮੋਟਰਸਾਈਕਲ ਚਾਹੀਦਾ। ਸਾਰੀਆਂ ਵੋਟਾਂ ਤੁਹਾਡੀਆਂ ਬੁਲਟ ਮੋਟਰਸਾਈਕਲ ਦੇ ਕੇ ਜਾਓ, ਬੁਲਟ ਮੋਟਰਸਾਈਕਲ ਦੇ ਕੇ ਗਏ ਨੇ। ਕੋਈ ਕਹਿੰਦਾ ਸਾਡੇ ਘਰ ਇੱਕ ਦਾਰੂ ਦੀ ਪੇਟੀ ਦੇ ਕੇ ਜਾਓ, ਕੋਈ ਨਾ ਬੀਅਰ ਦੀ ਪੇਟੀ ਦੇ ਕੇ ਜਾਓ। ਤਾਂ ਪਿੰਡਾਂ 'ਚ ਲੋਕ ਹੁੰਦੇ ਆ ਜਿਹੜੇ ਲਿੰਕ ਹੁੰਦੇ ਉਹਨਾਂ ਦੇ, ਉਹ ਲੋਕ ਤੁਹਾਨੂੰ ਦੇ ਕੇ ਜਾਂਦੇ ਨੇ, ਜਿਸ ਕਰਕੇ ਕੁਝ ਕੁ ਕਰਕੇ ਵੈਸੇ ਸਾਰੇ ਹੀ ਖਰਾਬ ਹੋ ਜਾਂਦੇ ਸਰ, ਕੁਝ ਕੁ ਹੁੰਦੇ ਨੇ ਇਹੋ ਜਿਹੇ ਬੰਦੇ। ਬਿਲਕੁਲ, ਸਾਰੇ ਤਾਂ ਕਿਸੇ ਦੁਨੀਆ ਦੇ ਵਿੱਚ ਸਾਰੇ ਲੋਕ ਚੰਗੇ ਨਹੀਂ ਹੁੰਦੇ ਔਰ ਸਾਰੇ ਲੋਕ ਮਾੜੇ ਨਹੀਂ ਹੁੰਦੇ। ਅਸੀਂ ਸਾਰਿਆਂ ਨੂੰ ਨਹੀਂ ਕਹਿੰਦੇ, ਲੇਕਿਨ ਜ਼ਿਆਦਾਤਰ ਜਿਹੜੀ ਗਿਣਤੀ ਜਿਹੜੀ ਬਹੁਤਾਤ ਹੈ, ਉਹ ਲੋਕੀ ਇਦਾਂ ਦੇ ਲਾਲਚ 'ਚ ਆ ਜਾਂਦੇ। ਹਰ ਬੰਦਾ ਕਹਿੰਦਾ ਲੈ ਲਓ ਪੈਸੇ, ਗਾਂ ਤੋਂ ਸਾਤੋਂ ਇਹਨਾਂ ਨੇ ਪੈਸੇ ਲੈਣੇ ਹੀ ਆ ਨਾ। ਸੋ ਸਿਸਟਮ ਸਾਡਾ ਜਿਹੜਾ ਨਾ, ਸਾਡੀ ਸਿਸਟਮ 'ਚ ਪ੍ਰੋਬਲਮ ਹੈ। ਮੁਲਕ ਮਾੜਾ ਨਹੀਂ ਸਾਡਾ। ਇੰਡੀਆ ਵਰਗਾ ਮੁਲਕ ਪੂਰੀ ਦੁਨੀਆ 'ਤੇ ਨਹੀਂ, 12 ਰੁੱਤਾਂ ਸਿਰਫ ਇੰਡੀਆ 'ਚ ਹੀ ਹੈ। 2 ਰੁੱਤਾਂ, ਹਰ ਮੁਲਕ 'ਚ 2 ਰੁੱਤਾਂ ਹੁੰਦੀਆਂ, ਇੱਕ ਸਰਦੀ ਦੀ, ਇੱਕ ਗਰਮੀ ਦੀ, ਹੈ ਨਾ। ਇਹ ਸਾਡੇ ਜੋ ਰੁੱਤਾਂ ਆਉਂਦੀਆਂ ਇਹ ਕਿਤੇ ਨਹੀਂ ਆਉਂਦੀਆਂ। ਸਾਡੇ ਗੁਰੂ ਪੀਰ ਪੈਗੰਬਰ, ਸਾਡੀ ਮਿੱਟੀ ਦੇ ਵਿੱਚ ਦਵਾਈ ਹੈ। ਤੁਸੀਂ ਜ਼ਖਮ ਦੇ ਉੱਤੇ ਮਿੱਟੀ ਲਾ ਲਓਗੇ ਤਾਂ ਮਿੱਟੀ ਨੇ ਤੁਹਾਡਾ ਜ਼ਖਮ ਠੀਕ ਕਰ ਦੇਣਾ। ਕਿਸਾਨ ਨੇ, ਜਿਹੜਾ ਕਿਸਾਨ ਜਦੋਂ ਖੇਤੀ ਕਰਦਾ ਹੈ ਨਾ, ਕਿਸ ਤਰੀਕੇ ਦੇ ਨੰਗੇ ਪੈਰੀ ਉਹ ਮਿੱਟੀ ਦੇ ਵਿੱਚ ਜਾਂਦਾ, ਐਨੇ ਜੋਆਂ ਹੁੰਦੀਆਂ ਜਾਂ ਜਿਸ ਤਰ੍ਹਾਂ ਵੀ ਕੀੜੇ ਮਕੌੜੇ ਹੁੰਦੇ, ਬਟ ਫਿਰ ਵੀ ਉਹ ਆਪਣਾ ਢਿੱਡ ਵੀ ਭਰਨਾ, ਬਟ ਦੂਜਿਆਂ ਦਾ ਢਿੱਡ ਵੀ ਭਰਨਾ, ਇਸ ਕਰਕੇ ਉਹ ਮੁਸ਼ਕਿਲਾਂ ਜਾਂਦਾ। ਬਟ ਅੱਜ ਉਹੀ ਕਿਸਾਨ ਦਿੱਲੀ ਦੇ ਬਰੂਹਾਂ 'ਤੇ ਬੈਠੇ ਨੇ ਕਿ ਸਰਕਾਰ ਨੂੰ ਦਿਖਦਾ ਨਹੀਂ ਪਿਆ, ਦਿਖਦਾ ਵੀ ਪਿਆ ਬਟ ਫਿਰ ਵੀ ਅਣਗਹਿਲੀ ਕਰ ਰਹੀ ਹੈ। ਬਿਲਕੁਲ ਅਣਗਹਿਲੀ, ਉਹਨਾਂ ਦਾ ਖਿਆਲ ਹੀ ਨਹੀਂ ਜੀ। ਦੇਖੋ ਤੁਸੀਂ ਹੁਣ ਪਿੱਛੇ ਜਿਹੜੇ ਜਾਪਾਨ ਦੇ ਵਿੱਚ ਗੇਮਸ ਹੋਈਆਂ, ਤੇ ਜਿਹੜੇ ਵੀ ਖਿਡਾਰੀ ਨੇ ਸੋਨੇ ਦਾ ਤੱਕ ਮਤਾ ਮਿਲਿਆ ਹੀ ਇੱਕ ਹੈ,
ਬਹੁਤ ਸ਼ਰਮ ਦੀ ਗੱਲ ਹੈ ਕਿ 150 ਕਰੋੜ ਦੀ ਆਬਾਦੀ ਦਾ ਮੁਲਕ ਹੋਵੇ ਔਰ ਇੱਕ ਸੋਨ ਤਿਗਮਾ ਹੋਵੇ। ਅਮਰੀਕਾ ਮੈਨੂੰ ਲੱਗਦਾ 50 ਦੇ ਕਰੀਬ ਅਮਰੀਕਾ ਲੈ ਗਿਆ ਹੈ। ਉਹਨਾਂ ਕੋਲ ਤਾਂ ਸੋਨੇ ਦੇ ਕਿੰਨੇ ਵੀ ਸੋਨੇ ਦੀ ਪਏ, ਉਹਨਾਂ ਕੋਲ ਸੋਨੇ ਦੀ ਘਾਟ ਵੀ ਕੋਈ ਨਹੀਂ, ਲੇਕਿਨ ਸਾਡੇ ਲੋਕੀ ਸਪੋਰਟਸ ਦੇ ਉੱਤੇ ਸਾਡਾ ਧਿਆਨ ਹੀ ਨਹੀਂ ਹੈ, ਕਿਸੇ ਦਾ ਧਿਆਨ ਨਹੀਂ ਹੈ। ਤਾਂ ਬੱਚੇ ਆਪਣੀ ਮਰਜ਼ੀ ਨਾਲ ਆਪਣੀ ਮਿਹਨਤ ਨਾਲ ਚਲੇ ਗਏ। ਸੋ ਕਿਸਾਨ ਵੀ ਇਸ ਵੇਲੇ ਦੇਖੋ ਤੁਸੀਂ 1.5 ਸਾਲ ਦੇ ਕਰੀਬ ਹੋ ਚੱਲਿਆ ਸਟਰਗਲ ਚੱਲਦੇ ਨੂੰ, ਹਜੇ ਤੱਕ ਕਦੇ ਕਿਸੇ ਨੇ ਕੋਈ ਉਹਦੇ ਬਾਰੇ ਗੱਲ ਨਹੀਂ ਕੀਤੀ, ਕਦੇ ਕਿਸੇ ਨੇ ਉਹਦੇ ਤੇ ਵਿਚਾਰ ਨਹੀਂ ਕੀਤੀ ਕਿ ਇਹਦੇ ਤੇ ਵਿਚਾਰ ਮੀਟਿੰਗਾਂ ਹੋਈ ਜਾਂਦੀਆਂ, ਰੱਦ ਹੋ ਜਾਂਦੀਆਂ, ਉਹ ਕਹਿੰਦੇ ਅਸੀਂ ਐਂ ਕਰਨਾ, ਜੋ ਕਿਸਾਨ ਦੱਸਦੇ ਉਹਦੇ ਤੇ ਤਾਂ ਗੱਲਬਾਤ ਹੀ ਨਹੀਂ ਹੁੰਦੀ। ਸੋ ਇੱਕ ਬਹੁਤ ਜ਼ਿਆਦਾ ਮਤਲਬ ਤਰਾਸਦੀ ਹੈ ਸਾਡੇ ਮੁਲਕ ਦੀ ਕਿ ਅਗਰ ਕੋਈ ਬੰਦਾ ਭੁੱਖ ਹੜਤਾਲ ਤੇ ਬੈਠਾ ਹੈ ਤੇ ਗਵਰਨਮੈਂਟ ਦਾ ਫਰਜ਼ ਬਣਦਾ ਵੀ ਤੂੰ ਕਿਉਂ ਉਹਦੀ ਤੜਾਉਣੀ ਚਾਹੀਦੀ ਹੈ ਨਾ। ਇਹ ਥੋੜੀ ਹੁੰਦਾ ਵੀ ਕਈ ਸਾਲ ਚੱਲੀ ਜਾਵੇ। ਨੁਕਸਾਨ ਕਿੰਨਾ ਹੋ ਰਿਹਾ ਕਿਸਾਨਾਂ ਦਾ, ਨੁਕਸਾਨ ਤਾਂ ਇੱਕ ਪਾਸੇ ਹੋ ਰਿਹਾ ਹੈ, ਆਮ ਲੋਕਾਂ ਦਾ ਨੁਕਸਾਨ ਕਿੰਨਾ ਹੋ ਰਿਹਾ। ਟ੍ਰੇਨਾਂ ਬੰਦ ਰਹੀਆਂ, ਸੜਕਾਂ ਬੰਦ ਰਹੀਆਂ, ਔਰ ਕਿੰਨੇ ਲੋਕ ਜਿਹੜੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਦੋਂ ਕੋਈ ਐਂਬੂਲੈਂਸ ਜਾ ਰਿਹਾ ਹੁੰਦਾ, ਰਸਤਾ ਬਲੌਕ ਹੁੰਦਾ, ਉਹ ਉੱਥੇ ਦਮ ਤੋੜ ਜਾਂਦੀ ਹੈ। ਸੋ ਨੁਕਸਾਨ ਹੀ ਹੋ ਰਿਹਾ, ਦੁਨੀਆ ਦਾ ਹੀ ਨੁਕਸਾਨ ਹੋ ਰਿਹਾ ਨਾ, ਕਿਸਾਨਾਂ ਦਾ ਨੁਕਸਾਨ ਹੋ ਰਿਹਾ, ਦੁਨੀਆ ਦਾ ਨੁਕਸਾਨ ਹੋ ਰਿਹਾ, ਲੋਕਾਂ ਦਾ ਨੁਕਸਾਨ ਹੋ ਰਿਹਾ, ਕਿਸਾਨਾਂ ਦਾ ਨੁਕਸਾਨ ਹੋ ਕਿਸਾਨ ਰਿਹਾ। ਉੱਥੇ ਬੈਠਾ ਹਰ ਇੱਕ ਦਾ ਢਿੱਡ ਭਰਦਾ, ਕਿਉਂਕਿ ਢਿੱਡ ਹਰ ਨੂੰ ਲੱਗਾ, ਹਰ ਇੱਕ ਨੇ ਰੋਟੀ ਖਾਣੀ ਹੈ ਨਾ ਸਰ। ਤੁਸੀਂ ਹਮੇਸ਼ਾ ਪੰਜਾਬ, ਪੰਜਾਬੀਅਤ, ਕਿਸਾਨੀ ਸੱਭਿਆਚਾਰ ਦੀ ਗੱਲ ਕੀਤੀ ਹੈ ਸਰ। ਸੋ ਕੀ ਲੱਗਦਾ ਕਿ ਕਿਉਂ ਆਖਿਰ ਕਦੋਂ ਤੱਕ ਮੰਨ ਸਕਦੀ ਹੈ ਸਰਕਾਰ ਕਿ ਆਉਣ ਵਾਲੇ ਦਿਨਾਂ 'ਚ ਮੰਨ ਜਾਵੇਗੀ, ਜਾਂ ਫਿਰ ਨਹੀਂ ਕਿ ਐਵੇਂ ਹੀ ਕਿਸਾਨਾਂ ਨੂੰ ਬੈਠੇ ਰਹਿਣਾ ਪਊਗਾ? ਦੇਖੋ ਜੀ, ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਕਿਸਾਨ ਬਹੁਤ ਮਿਹਨਤ ਕਰ ਰਹੇ ਨੇ, ਬਹੁਤ ਹੱਠ ਹੈ ਉਹਨਾਂ ਦਾ, ਲੇਕਿਨ ਜਿਹੜੀ ਇਹ ਸਰਕਾਰ ਹੈ, ਸਰਕਾਰ ਵੀ ਹੱਠ ਕਰਕੇ ਬੈਠੀ ਹੈ, ਜਿੱਦ ਕਰਕੇ ਬੈਠੀ ਹੈ। ਤੇ ਆਸ ਤਾਂ ਇਹੀ ਲੱਗਦੀ ਹੈ ਕਿ ਬਹੁਤ ਜਲਦੀ ਸਰਕਾਰ ਮੰਨੂਗੀ, ਕਿਉਂਕਿ ਇਸ ਵਕਤ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਪ੍ਰੈਸ਼ਰ ਹੈ ਉਹ ਬਹੁਤ ਜ਼ਿਆਦਾ ਕਿਸਾਨਾਂ ਦਾ ਬਣ ਚੁੱਕਿਆ ਹੈ। ਪੰਜਾਬੀ ਹੁੰਦੇ ਆ ਬਿਲਕੁਲ, ਕਿਉਂਕਿ ਜਿਹੜਾ ਸਰਕਾਰਾਂ ਦਾ ਵਾਹ ਹੀ ਨਹੀਂ ਪੰਜਾਬੀਆਂ ਨਾਲ ਪਿਆ। ਜਦੋਂ ਵੀ ਪੰਜਾਬੀਆਂ ਨਾਲ ਵਾਹ ਪੈਂਦਾ, ਜਿੰਨੀ ਵੀ ਹੁਣ ਤੱਕ ਐਵੀਨੇਸ਼ਨ ਜਿੰਨੀਆਂ ਹੋਈਆਂ, ਜਿੰਨੀਆਂ ਵੀ ਮਤਲਬ ਸ਼ੁਰੂਆਤ ਵਧੀਆ ਹੋਈ, ਉਹ ਸਾਰੀ ਪੰਜਾਬੀਆਂ ਤੋਂ ਹੋਈ ਹੈ, ਪੰਜਾਬ ਤੋਂ ਹੋਈ ਹੈ ਨਾ। ਸੋ ਉਮੀਦ ਕਰਦੇ ਹਾਂ ਕਿ ਬਹੁਤ ਜਲਦੀ ਇਹ ਜਿਹੜੀ ਹੈ ਸਰਕਾਰ ਨੂੰ ਸਮਝ ਆ ਜਾਊਗੀ ਔਰ ਸਰਕਾਰ ਜਿਹੜੀ ਹੈ ਕਾਨੂੰਨ ਮੰਨੂਗੀ ਤੇ ਫਿਰ ਮੁੜ ਤੋਂ ਦੁਬਾਰਾ ਇੱਕ ਜ਼ਿੰਦਗੀ ਜਿਹੜੀ ਹੈ ਸਾਰੀ ਲੀਹ 'ਤੇ ਆਊਗੀ। ਤੁਸੀਂ ਆਪਣੇ ਦੇਸ਼ ਨੂੰ, ਮੁਲਕ ਨੂੰ ਹਮੇਸ਼ਾ ਪਿਆਰ ਕੀਤਾ, ਉਹਦੇ ਨਾਮ ਤੇ ਬਹੁਤ ਸਾਰੇ ਗੀਤ ਗਾਏ ਨੇ। ਇੱਕ ਗੀਤ ਸਾਡੇ ਦਰਸ਼ਕਾਂ ਨਾਲ ਸਰ ਜ਼ਰੂਰ ਸਾਂਝਾ ਕਰਿਓ। ਹਾਂਜੀ ਬਿਲਕੁਲ, ਮੈਂ 15 ਅਗਸਤ ਦੇ ਉੱਤੇ ਗੀਤ ਜਿਹੜੇ ਹੈ ਬਹੁਤ ਗਾਏ ਹੈ, ਔਰ ਹੁਣ ਵੀ ਇਸ 15 ਅਗਸਤ ਨੂੰ ਜਿਹੜਾ ਹੈਗਾ ਮੇਰਾ ਹਿੰਦੁਸਤਾਨ, ਉਹ ਗਾਣਾ ਲਾਂਚ ਕਰਾਂਗੇ ਤੇ ਤੁਹਾਨੂੰ ਉਹ ਭੇਜਾਂਗੇ ਵੀ। ਸੋ ਮੈਂ ਦੋ ਲੈਣਾ। ਸੁਣੋ ਕਥਾ ਮੇਰੀਆਂ ਹਾਲਾਂ ਦੀ, ਮੈਂ ਮਾਂ ਉਜੜੇ ਲਾਲਾਂ ਦੀ। ਹੋ ਕਈ ਵਾਰੀ ਮੈਨੂੰ ਲੁੱਟਿਆ ਖੋਇਆ, ਕਈ ਵਾਰੀ ਮੈਨੂੰ ਲੁੱਟਿਆ ਖੋਇਆ, ਕਈ ਵਾਰੀ ਹੋਈ ਜਵਾਨ। ਮੈਂ ਹਾਂ ਹਿੰਦੁਸਤਾਨ ਲੋਕੋ, ਮੈਂ ਹਾਂ ਹਿੰਦੁਸਤਾਨ, ਮੈਂ ਹਾਂ ਹਿੰਦੁਸਤਾਨ ਲੋਕੋ, ਮੈਂ ਹਾਂ ਹਿੰਦੁਸਤਾਨ। ਬਹੁਤ ਖੂਬ ਸਰ। ਹਿੰਦੁਸਤਾਨ ਦੀ ਧਰਤੀ ਆ, ਸਾਰੇ ਪਿਆਰ ਕਰਦੇ ਨੇ, ਐ ਨਹੀਂ ਕਹਿੰਦੇ ਕਿ ਕੋਈ ਨਹੀਂ ਕਰਦਾ ਜਾਂ ਕੋਈ ਕਰਦਾ ਹੈ ਨਾ, ਬਟ ਕਿਤੇ ਨਾ ਕਿਤੇ ਸੱਭਿਆਚਾਰ ਨੂੰ ਲੋਕੀ ਭੁੱਲਦੇ ਜਾ ਰਹੇ ਨੇ। ਨਵੇਂ ਗੀਤ ਜਿਹੜੇ ਆ ਰਹੇ ਨੇ, ਤੁਹਾਨੂੰ ਵੀ ਪਤਾ ਕਿ ਉਹਨਾਂ ਵਿੱਚ ਕਾਫੀ ਲੱਚਰਤਾ ਦੇਖਣ ਨੂੰ ਮਿਲਦੀ ਆ, ਬੰਦੂਕਾਂ ਵਾਲੇ ਜਿਸ ਤਰੀਕੇ ਦੇ ਨਾਲ ਉਹ ਛੋਟੇ ਬੱਚੇ ਜਦੋਂ ਦੇਖਦੇ ਨੇ ਫਿਰ ਉਸ ਤਰ੍ਹਾਂ ਦੀ ਪਹਿਰਾਵਾ ਅਪਣਾਉਂਦੇ ਨੇ, ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਮਾਪਿਆਂ ਦੇ ਨਾਲ। ਸੋ ਮਾਪੇ ਕਹਿੰਦੇ ਨੇ ਕਿ ਗੀਤ ਵਿਗਾੜ ਰਹੇ ਨੇ, ਤਾਂ ਉਹਦੇ ਬਾਰੇ ਕੀ ਸੋਚਦੇ ਹੋ? ਬਿਲਕੁਲ ਜੀ, 100% ਦੇਖੋ, ਖਾਣਾ, ਗਾਣਾ ਤੇ ਬਾਣਾ, ਕਿਸੇ ਵੀ ਮੁਲਕ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ। ਤੁਸੀਂ ਉੱਥੇ ਕੀ ਖਾਂਦੇ ਹੋ, ਤੁਸੀਂ ਮਿਊਜ਼ਿਕ ਕੀ ਸੁਣਦੇ ਹੋ, ਔਰ ਤੁਸੀਂ ਲਿਬਾਸ ਕੀ ਪਾਉਂਦੇ ਹੋ। ਇਹ ਤਿੰਨ ਚੀਜ਼ਾਂ ਨਾਲ ਕੋਈ ਵੀ ਸਟੇਟ, ਕੰਟਰੀ, ਮੁਲਕ ਚੱਲਦਾ ਹੈ। ਸੋ ਜਦੋਂ ਤੁਹਾਡੀਆਂ ਤਿੰਨੇ ਚੀਜ਼ਾਂ ਵਿਗੜ ਜਾਣ, ਮੈਂ ਕਹਿ ਸਕਦਾ ਕਿ ਇਸ ਵਕਤ ਸਾਡਾ ਖਾਣਾ ਵੀ ਵਿਗੜ ਗਿਆ, ਅਸੀਂ ਫਾਸਟ ਫੂਡ ਖਾਣ ਲੱਗ ਪਏ ਹਾਂ, ਔਰ ਗਾਣਾ ਵੀ ਸਾਡਾ ਵਿਗੜ ਗਿਆ ਤੇ ਸਾਡਾ ਬਾਣਾ ਵੀ ਵਿਗੜ ਗਿਆ, ਪੰਜਾਬੀ ਕਲਚਰ ਨਹੀਂ ਰਿਹਾ। ਇਹਦਾ ਨੁਕਸਾਨ ਹੁੰਦਾ ਹੀ ਆ। ਔਰ ਇਸ ਵਕਤ ਜੋ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਦੇਖਦੇ ਆ, ਉਹਨੇ ਉਹਨੂੰ ਮਾਰਤਾ, ਉਹਨੇ ਆਪਣੀ ਸੱਸ ਨੂੰ ਮਾਰਤਾ, ਸੱਸ ਨੇ ਨੂੰਹ ਨੂੰ ਮਾਰਤਾ, ਇਹ ਜੋ ਅਸਰ ਹੋ ਰਿਹਾ, ਇਹ ਸਭ ਮੈਂ ਸਮਝਦਾ ਕਿ ਸੰਗੀਤ ਦਾ ਇਹਦੇ 'ਚ ਬਹੁਤ ਵੱਡਾ ਯੋਗਦਾਨ ਹੈ। ਕਿਉਂਕਿ ਜਦੋਂ ਅਸੀਂ ਪਰੋਸਾਂਗੇ ਬੱਚਿਆਂ ਨੂੰ, ਜੋ ਦਿਖਾਵਾਂਗੇ, ਅੱਜ ਰਿਵਾਲਵਰ ਬੱਚੇ ਸ਼ੌਕ ਨਾਲ ਆਪਣੇ ਡੱਬ 'ਚ ਰੱਖਦੇ ਆ, ਔਰ ਮੈਂ ਐਸੇ ਬੜੇ ਬੱਚਿਆਂ ਨੂੰ ਜਾਣਦਾ ਜਿਹੜੇ ਬੱਚਿਆਂ ਨੇ ਇੱਕ ਟੋਏ ਰਿਵਾਲਵਰ ਰੱਖਿਆ ਸੀਗਾ, ਕਿਸੇ ਨੂੰ ਵੈਸੇ ਹੀ ਦਿਖਾਤਾ ਉਹਨਾਂ ਨੇ, ਔਰ ਉਹ ਟੋਏ ਸੀਗਾ, ਲੇਕਿਨ ਉਹਨਾਂ ਦੇ ਉੱਤੇ ਅਸਲੀ ਰਿਵਾਲਵਰ ਦਾ ਕੇਸ ਪਿਆ, ਔਰ ਬੱਚੇ ਅੰਦਰ ਹੈ। ਮੈਂ ਬੜੇ ਬੱਚਿਆਂ ਨੂੰ ਜਾਣਦਾ, ਮੈਂ ਬਾਈ ਨੇਮ ਦੱਸ ਸਕਦਾ। ਉਹਨਾਂ ਬੱਚਿਆਂ ਦਾ ਕਸੂਰ ਇੰਨਾ ਕਿ ਗਾਣਿਆਂ 'ਚ ਉਹਨਾਂ ਨੇ ਟੋਏ ਦੇਖਿਆ ਸੀਗਾ, ਔਰ ਉਹਨਾਂ ਨੇ ਨਾਰਮਲੀ ਲੈ ਕੇ ਜਿਹੜਾ 100-200 ਰੁਪਏ ਦਾ ਲੈ ਕੇ ਵੀ ਲੋਕਾਂ ਨੂੰ ਦਿਖਾਉਣ ਲੱਗ ਪਏ, ਔਰ ਉਹ ਬੱਚੇ ਅੰਦਰ ਹੈ। ਠੀਕ ਹੈ ਨਾ, ਇਹ ਅਸਰ ਹੁੰਦਾ ਹੈ। ਜਿਹੜੇ ਲੋਕ ਕਹਿੰਦੇ ਆ ਕਿ ਗਾਣੇ ਦਾ ਅਸਰ ਨਹੀਂ ਹੁੰਦਾ, ਜੇ ਗਾਣੇ ਦਾ ਅਸਰ ਨਹੀਂ ਹੁੰਦਾ ਫਿਰ ਗਾਣਾ ਗਾਉਣੇ ਕਿਉਂ ਅਸੀਂ? ਦੇਖੋ ਅਸਰ ਤਾਂ ਹੁੰਦਾ ਹੀ ਆ ਨਾ। ਜਦੋਂ ਅਸੀਂ ਡੀਜੇ ਤੇ ਗਾਣਾ ਲਾਉਣੇ ਆ, ਅਸੀਂ ਉੱਥੇ ਕੋਈ ਗੁਰਬਾਣੀ ਸ਼ਬਦ ਤਾਂ ਨਹੀਂ ਲਾਉਂਦੇ, ਡੀਜੇ ਵਾਲਾ ਵੱਖਰਾ ਗਾਣਾ ਹੁੰਦਾ। ਜਦੋਂ ਗੁਰਦੁਆਰੇ ਜਾਂਦੇ ਉੱਥੇ ਡੀਜੇ ਦਾ ਗਾਣਾ ਤਾਂ ਨਹੀਂ ਲੱਗਦਾ, ਉੱਥੇ ਗੁਰਬਾਣੀ ਕਿਉਂ ਲੱਗਦੀ ਹੈ? ਕਿਉਂਕਿ ਉੱਥੇ ਅਸੀਂ ਰੂਹਾਨੀਅਤ ਸਾਨੂੰ ਚਾਹੀਦੀ ਆ। ਮਿਊਜ਼ਿਕ
ਸਵੇਰ ਦੇ ਟਾਈਮ 'ਚ ਹੋਰ ਹੁੰਦਾ ਹੈ, ਦੁਪਹਿਰ ਦੇ ਟਾਈਮ 'ਚ ਹੋਰ ਹੁੰਦਾ ਹੈ, ਸ਼ਾਮ ਦੇ ਟਾਈਮ 'ਚ ਹੋਰ ਹੁੰਦਾ, ਰਾਤ ਦੇ ਟਾਈਮ 'ਚ ਹੋਰ ਹੁੰਦਾ ਹੈ। ਰਾਗ ਜਿਹੜੇ ਆ ਰਾਗਾਂ ਦਾ ਵੀ ਟਾਈਮ ਹੈ, ਇੱਕ ਮਾਰਨਿੰਗ ਵਾਲਾ, ਇੱਕ ਈਵਨਿੰਗ ਵਾਲਾ, ਇੱਕ ਮਿਡਨਾਈਟ ਵਾਲਾ। ਉਹ ਤੁਸੀਂ ਮਾਰਨਿੰਗ ਵਾਲਾ ਮਿਡਨਾਈਟ 'ਚ ਨਹੀਂ ਗਾ ਸਕਦੇ, ਉਹ ਗਾਓਗੇ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕੋਈ ਬੰਦਾ ਰਾਗ ਗਾ ਰਿਹਾ। ਅਸਰ ਹੁੰਦਾ ਹੈ। ਜਿਹੜਾ ਕਾਟਨ ਹੈ ਗਰਮੀ 'ਚ ਪੈਂਦੀ ਹੈ, ਠੀਕ ਹੈ ਨਾ, ਤੇ ਬਾਕੀ ਦੇ ਜਿਹੜੇ ਗਰਮ ਕੱਪੜੇ ਆ ਉਹ ਸਰਦੀ 'ਚ ਪੈਂਦੇ ਆ। ਅਸੀਂ ਗਰਮੀ 'ਚ ਸਰਦ ਕੱਪੜੇ ਨਹੀਂ ਪਾ ਸਕਦੇ ਨਾ। ਸੋ ਗਾਣੇ ਦਾ ਵੀ ਅਸਰ ਹੁੰਦਾ ਹੈ। ਜਿਹੜੇ ਬੰਦੇ ਕਹਿੰਦੇ ਕਿ ਗਾਣੇ ਦਾ ਕੋਈ ਅਸਰ ਨਹੀਂ, ਜਾਂ ਤਾਂ ਉਹਨਾਂ ਨੂੰ ਗਾਣੇ ਬਾਰੇ ਪਤਾ ਨਹੀਂ ਜਾਂ ਉਹਨਾਂ ਨੂੰ ਸੰਗੀਤ ਬਾਰੇ ਪਤਾ ਨਹੀਂ। ਸੋ ਬਹੁਤ ਬਹੁਤ ਸ਼ੁਕਰੀਆ ਸਰ, ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਇੱਕ ਆਖਰੀ ਅਪੀਲ ਹੈ ਕਿ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਆਪਣੇ ਸੱਭਿਆਚਾਰ ਨਾਲ ਜੁੜਨ, ਬਾਹਰ ਘੱਟ ਭੱਜਣ, ਇੱਥੇ ਹੀ ਜਿੰਨਾ ਹੋ ਸਕਦਾ ਮਤਲਬ ਕਿ ਆਪਣੇ ਲਈ ਲੜਨ, ਬਾਹਰ ਜਾ ਕੇ ਉੱਧਰਲਾ ਭਵਿੱਖ ਬਣਾਈ ਜਾ ਰਿਹਾ, ਇੱਧਰ ਆਪਣਾ ਭਵਿੱਖ ਬਣਾਉਣ। ਨਹੀਂ ਦੇਖੋ, ਉਹ ਤੇ ਮੈਂ ਸ਼ਰੇਆਮ ਇਹ ਗੱਲ ਕਹਿਣਾ ਹੁੰਦਾ, ਮੇਰੇ ਖੁਦ ਆਪਦੇ ਬੱਚੇ ਵੀ ਬਾਹਰ ਹੈ, ਲੇਕਿਨ ਮੇਰੇ ਬੱਚਿਆਂ ਨੂੰ ਕੁੜੀਆਂ ਆਈਆਂ ਤੇ ਇੱਥੋਂ ਵਿਆਹ ਕੇ ਲੈ ਕੇ ਗਈਆਂ, ਉਹ ਪੱਕੇ ਹੋ ਕੇ ਗਏ ਆ, ਉਹ ਸੈਟਲ। ਅਗਰ ਤੁਹਾਨੂੰ ਜੌਬ ਅੱਛੀ ਮਿਲਦੀ ਹੈ, ਤੁਹਾਨੂੰ ਸਟਰਗਲ ਨਹੀਂ ਕਰਨੀ ਪੈਂਦੀ, ਤੁਹਾਨੂੰ ਕੰਧਾਂ ਨਹੀਂ ਟੱਪਣੀਆਂ ਚਾਹੀਦੀਆਂ। ਸਮੁੰਦਰ ਦੇ ਵਿੱਚ ਜਿਹੜੀਆਂ ਮਤਲਬ ਕਿਸ਼ਤੀਆਂ ਵਿੱਚ ਜਾ ਕੇ ਲੋਕ ਮਾਲਟਾ ਦੇ ਥਰੂ ਜਾਂਦੇ, ਉੱਧਰ ਨਹੀਂ ਜਾਣਾ ਚਾਹੀਦਾ। ਅਗਰ ਤੁਹਾਨੂੰ ਚਾਂਸ ਮਿਲਦਾ ਹੈ, ਤੁਹਾਡੇ 'ਚ ਕੁਆਲੀਫਿਕੇਸ਼ਨ ਹੈ, ਤੁਹਾਨੂੰ ਜੌਬ ਮਿਲਦੀ ਹੈ, ਕਰੋ, ਕਿਉਂ ਨਹੀਂ ਕਰਨੀ। ਪੰਜਾਬ ਦੇ ਲੋਕ ਬੰਬੇ ਵੀ ਕਰਦੇ ਆ, ਗੋਆ ਵੀ ਕਰਦੇ, ਚੇਨਈ ਵੀ ਕਰਦੇ ਆ, ਸੋ ਅਸੀਂ ਨਿਊਯਾਰਕ ਕਿਉਂ ਨਹੀਂ ਕਰ ਸਕਦੇ। ਪਰ ਅਗਰ ਅਸੀਂ ਜ਼ਮੀਨ ਵੇਚ ਕੇ ਅਸੀਂ 2 ਨੰਬਰ ਦੇ ਤਰੀਕੇ ਨਾਲ ਜਾਂਦੇ ਆ, ਅਸੀਂ ਆਪਣੀ ਜਾਨ ਗਵਾਉਣੇ। ਲੱਖਾਂ ਮਾਵਾਂ ਦੇ ਪੁੱਤ ਜਿਹੜੇ ਆ ਰਸਤੇ ਵਿੱਚ ਹੀ ਭਟਕ ਗਏ, ਪਤਾ ਹੀ ਨਹੀਂ ਕਿੱਥੇ ਹੈ। ਹਾਂ, ਸੋ ਇਸ ਕਰਕੇ ਬਾਹਰ ਜਾਣਾ ਮੈਂ ਕਦੇ ਨਹੀਂ ਕਹਿੰਦਾ ਮਾੜਾ ਹੈ, ਲੇਕਿਨ ਜਦੋਂ ਤੁਸੀਂ ਪ੍ਰੋਪਰ ਤਰੀਕੇ ਨਾਲ ਜਾਂਦੇ ਆ, ਤੁਹਾਨੂੰ ਜੌਬ ਲੈਟਰ ਮਿਲਦੀ ਹੈ, ਤੁਹਾਨੂੰ ਉੱਥੇ ਡਿਊਟੀ ਮਿਲਦੀ ਹੈ, ਜਾਂ ਤੁਹਾਡਾ ਵਿਆਹ ਹੋ ਜਾਂਦਾ, ਤੁਹਾਡੀ ਵਾਈਫ ਉੱਥੋਂ ਦੀ ਹੈ, ਜਾਓ ਜੀ ਸਦਕੇ ਜਾਓ। 2 ਨੰਬਰ ਦੇ ਤਰੀਕੇ ਨਾਲ ਨਾ ਜਾਓ। ਇੰਡੀਆ ਵਰਗੀ ਮੌਜ ਕਿਤੇ ਨਹੀਂ, ਇੰਡੀਆ ਜਿੰਨੀ ਕਮਾਈ ਕਿਤੇ ਨਹੀਂ। ਜੇ ਅਸੀਂ ਕੰਮ ਕਰੀਏ, ਕੰਮ ਕਰੋ, ਆਪਣੇ ਮਾਂ-ਬਾਪ ਦੇ ਵਿੱਚ ਵੀ ਰਹੋ। ਸੋ ਮੈਂ ਤਾਂ ਇਹੋ ਆਸ ਕਰੂੰਗਾ ਕਿ ਅਗਰ ਤੁਹਾਡੇ 'ਚ ਕੁਆਲੀਫਿਕੇਸ਼ਨ ਹੈ, ਬਾਹਰ ਜਾਓ, ਜੌਬਾਂ ਕਰੋ, ਜਿੱਥੇ ਮਰਜ਼ੀ ਚਲੇ ਜਾਓ, ਫਿਰ ਖਿੱਚ ਤਾਂ ਤੁਹਾਨੂੰ ਪੰਜਾਬ 'ਚ ਹੀ ਲੈ ਕੇ ਆਉਂਦੀ ਹੈ, ਅਖੀਰ ਤੇ ਤਾਂ ਪੰਜਾਬ 'ਚ ਹੀ ਆਉਣਾ। ਕਹਿੰਦੇ ਨੇ ਫਿਰ ਛੁੱਟੀਆਂ ਕੱਟਣ ਅਸੀਂ ਆਪਣੇ ਸ਼ਹਿਰ ਹੀ ਜਾਣਾ, ਆਪਣੇ ਪਿੰਡ ਹੀ ਜਾਣਾ। ਅੱਜ ਸਰ ਕਿਹੜੇ ਨਵੇਂ ਪ੍ਰੋਜੈਕਟਸ ਆ ਰਹੇ ਨੇ, ਇੱਕ ਵਾਰ ਜ਼ਰੂਰ ਦੱਸ ਦਿਓ। ਹਾਂ ਬਿਲਕੁਲ ਜੀ, ਇੱਕ ਮੇਰੇ ਮਿਊਜ਼ਿਕ ਦੇ ਵਿੱਚ ਪਰਸੋਂ ਹੀ ਅਸੀਂ ਗਾਣਾ ਸ਼ੂਟ ਕਰ ਰਹੇ ਹਾਂ, ਘੋੜੀ, ਇੱਕ ਲੜਕੀ ਹੈ, ਨਵੀਂ ਹੈ, ਉਹਨੂੰ ਅਸੀਂ ਲਾਂਚ ਕਰਨ ਜਾ ਰਹੇ ਹਾਂ। ਤੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਡਾਂਸ ਫਲੋਰ ਦੇ ਉੱਤੇ ਵੱਜਣ ਵਾਲੇ ਗੀਤ ਵੀ, ਡੀਜੇ ਵਾਲੇ ਗੀਤ, ਕਿਉਂਕਿ ਯੂਕੇ ਕੈਨੇਡਾ 'ਚ ਮੇਰੇ ਜਿਹੜੇ ਗਾਣੇ ਉਹ ਡਾਂਸ ਫਲੋਰ ਵਾਲੇ ਹੁੰਦੇ ਆ, ਔਰ ਸ਼ੇਰ ਪੰਜਾਬੀ ਟਾਈਪ ਜਿਹੜੇ ਜੋਸ਼ੀਲੇ ਗਾਣੇ ਉਹ ਵੀ ਆ ਰਹੇ ਨੇ, ਸੂਫੀ ਮਿਊਜ਼ਿਕ ਵੀ ਆ ਰਿਹਾ। ਸੋ ਕਾਫੀ ਸਾਰੇ ਪ੍ਰੋਜੈਕਟ, ਕਿਉਂਕਿ ਕਰੋਨਾ ਕਰਕੇ ਕਾਫੀ ਦੇਰ ਸਟਾਪ ਹੋਏ ਆ, ਬੰਦ ਰਹੇ ਆ, ਸੋ ਹੁਣ ਥੋੜ੍ਹਾ ਜਿਹਾ ਖੁੱਲ੍ਹ ਗਿਆ ਸਾਰੇ ਪਾਸੇ। ਸੋ ਕਾਫੀ ਸਾਰੇ ਗਾਣੇ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ। ਬਹੁਤ ਬਹੁਤ ਸ਼ੁਕਰੀਆ ਸਰ। ਥੈਂਕ ਯੂ ਜੀ। ਸੋ ਇਸ ਦਿਨ ਸਾਡੇ ਨਾਲ ਨਿਰਮਲ ਸਿੱਧੂ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਪੰਜਾਬ, ਪੰਜਾਬੀ ਅਤੇ ਸੱਭਿਆਚਾਰ ਨਾਲ ਜੁੜੀਆਂ ਅਕਸਰ ਗੱਲਾਂ ਕਰਦੇ ਨੇ ਤੇ ਹੁਣ ਵੀ ਕੀਤੀਆਂ। ਬਲਕਿ ਕਿਵੇਂ ਦੀ ਲੱਗੀ ਸਾਡੀ ਇਹ ਖਾਸ ਗੱਲਬਾਤ, ਕਮੈਂਟ ਕਰਕੇ ਜ਼ਰੂਰ ਦੱਸਿਓ। ਧੰਨਵਾਦ।